ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਭਾਜਪਾ ਪ੍ਰਧਾਨ ਨੇ ਮੁੜ ਕੀਤਾ ਖਾਰਿਜ। ਮਲੋਟ ਦੇ ਵਿੱਚ ਬੋਲੇ, ਜ਼ਰੂਰਤ ਦੇ ਸਮੇਂ ਛੱਡਿਆ ਸਾਥ, ਹੁਣ ਨਹੀਂ ਦੁਬਾਰਾ ਅਲਾਇੰਸ ਦਾ ਕੋਈ ਚਾਂਸ। ਰਾਹੁਲ ਗਾਂਧੀ ਦਾ ਬੀਜੇਪੀ ਤੇ ਤਿੱਖਾ ਹਮਲਾ। ਬੋਲੇ, ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਡਰ ਦਾ ਮਾਹੌਲ। ਭਾਰਤ ਜੋੜੋ ਯਾਤਰਾ ਦਾ ਉਦੇਸ਼ ਜਨਤਾ ਦੀ ਆਵਾਜ਼ ਚੁੱਕਣਾ। ਮੇਰੇ ਲਈ ਇਹ ਯਾਤਰਾ ਤਪੱਸਿਆ ਵਰਗੀ। ਮਹਿਲਾ ਕੋਚ ਦੇ ਨਾਲ ਛੇੜਛਾੜ ਮਾਮਲੇ ਦੇ ਵਿੱਚ ਜਾਂਚ ਹੋਈ ਤੇਜ਼। ਸੰਦੀਪ ਸਿੰਘ ਦੇ ਖਿਲਾਫ ਐਫਆਈਆਰ ਦੇ ਵਿੱਚ ਜੋੜੀ ਗਈ ਧਾਰਾ 509। ਮਹਿਲਾ ਦੇ ਇਲਜ਼ਾਮਾਂ ਦੇ ਮੁਤਾਬਿਕ ਘਟਨਾ ਵਾਲੇ ਦਿਨ ਦੇ ਮਹਿਲਾ ਦੇ ਕੱਪੜੇ ਵੀ ਕਬਜ਼ੇ ਵਿੱਚ ਲਏ। ਵਿਜੀਲੈਂਸ ਨੂੰ ਮਿਲਿਆ ਪੀਐਸਆਈਈਸੀ ਦੇ ਡਾਇਰੈਕਟਰ ਐਸਪੀ ਸਿੰਘ ਦਾ 4 ਦਿਨਾਂ ਦਾ ਰਿਮਾਂਡ। ਪੇਸ਼ੀ ਦੌਰਾਨ ਬੋਲੇ, ਸੱਚ ਦੀ ਹੋਵੇਗੀ ਜਿੱਤ। ਕਥਿਤ ਇੰਡਸਟਰੀਅਲ ਪਲਾਟ ਘੁਟਾਲੇ ਦੇ ਮਾਮਲੇ ਵਿੱਚ ਨੇ ਇਲਜ਼ਾਮ। ਚਾਈਨਾ ਡੋਰ ਦੇ ਖਿਲਾਫ ਡੀਜੀਪੀ ਪੰਜਾਬ ਦੀ ਸਖਤ ਚੇਤਾਵਨੀ। ਬੋਲੇ, ਚਾਈਨਾ ਡੋਰ ਖਰੀਦਣ ਜਾਂ ਵੇਚਣ ਵਾਲੇ ਤੇ ਹੋਵੇਗੀ ਕਾਰਵਾਈ। ਸੂਬੇ ਵਿੱਚ ਚਾਈਨਾ ਡੋਰ ਤੇ ਹੈ ਪੂਰੀ ਤਰ੍ਹਾਂ ਪਾਬੰਦੀ। ਯੂਕੇ ਤੋਂ ਪਰਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਭ ਤੋਂ ਪਹਿਲਾਂ ਬੇਟੇ ਦੀ ਸਮਾਧ ਤੇ ਜਾ ਕੇ ਉਸ ਨੂੰ ਕੀਤਾ ਯਾਦ। ਹਵੇਲੀ ਵਿੱਚ ਆਏ ਫੈਨਸ ਦੇ ਨਾਲ ਵੀ ਕੀਤੀ ਗੱਲਬਾਤ। ਹਿਮਾਚਲ ਦੇ ਵਿੱਚ ਸੁੱਖੂ ਸਰਕਾਰ ਦੀ ਕੈਬਨਿਟ ਦਾ ਹੋਇਆ ਵਿਸਥਾਰ। 7 ਵਿਧਾਇਕਾਂ ਨੇ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ। ਸਾਬਕਾ ਸੀਐਮ ਵੀਰਭੱਦਰ ਦੇ ਬੇਟੇ ਵਿਕਰਮਾਦਿੱਤਿਆ ਵੀ ਬਣੇ ਮੰਤਰੀ। ਪਰਿਵਾਰ ਸਣੇ ਸਤੋਜ ਪਿੰਡ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ। ਲੋਹੜੀ ਦੇ ਪ੍ਰੋਗਰਾਮ ਦੇ ਵਿੱਚ ਹੋਏ ਸ਼ਾਮਿਲ। ਪਿੰਡ ਵਾਸੀਆਂ ਦੇ ਨਾਲ ਕੀਤੀ ਮੁਲਾਕਾਤ ਤੇ ਕਰਵਾਈਆਂ ਸੈਲਫੀਆਂ। ਸਿਹਤ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਦੇ ਦੁੱਖ ਨਿਵਾਰਣ ਸਾਹਿਬ ਦੇ ਵਿੱਚ ਨਤਮਸਤਕ ਹੋਏ ਡਾਕਟਰ ਬਲਬੀਰ ਸਿੰਘ। ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਟੇਕਿਆ ਮੱਥਾ। ਜਵਾਨਾਂ ਨੇ ਦਿੱਤਾ ਗਾਰਡ ਆਫ ਆਨਰ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਅਕਾਲੀ ਦਲ ਨੂੰ ਬੀਜੇਪੀ ਨੇ ਨਾ ਕਰ ਦਿੱਤੀ ਹੈ। ਜੀ ਹਾਂ, ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮਲੋਟ ਦੇ ਵਿੱਚ ਪੰਜਾਬ ਬੀਜੇਪੀ ਪ੍ਰਧਾਨ ਦਾ ਇਹ ਵੱਡਾ ਐਲਾਨ ਸਾਹਮਣੇ ਆਇਆ। ਅਕਾਲੀ ਦਲ ਦੇ ਨਾਲ ਕਦੇ ਕੋਈ ਗੱਠਜੋੜ ਨਹੀਂ ਹੋਵੇਗਾ। ਗੱਠਜੋੜ ਨੂੰ ਲੈ ਕੇ ਚੁਰਲੀਆਂ ਛੱਡੀਆਂ ਜਾਂਦੀਆਂ ਨੇ। ਅਕਾਲੀ ਦਲ ਨੇ ਹੀ ਗੱਠਜੋੜ ਤੋੜਿਆ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਅਜਿਹੇ ਸਮੇਂ ਸਾਥ ਛੱਡਿਆ ਜਦੋਂ ਜ਼ਰੂਰਤ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਤੇ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਕਾਲੀ ਦਲ ਨੂੰ ਬੀਜੇਪੀ ਦੀ ਕੋਰੀ ਨਾ ਸਾਹਮਣੇ ਆਈ ਹੈ। ਅਕਾਲੀ ਦਲ ਦੇ ਨਾਲ ਕਦੇ ਕੋਈ ਗੱਠਜੋੜ ਨਹੀਂ ਹੋਵੇਗਾ, ਇਹ ਕਿਹਾ ਅਸ਼ਵਨੀ ਸ਼ਰਮਾ ਨੇ। कार्यकर्ता भी सुन लो, पत्रकार मित्र भी सुन लो। श्रोमणी अकाली दल नाल भारतीय जनता पार्टी का हुण कदी भी गठबंधन नहीं होगा। ਅਸੀਂ ਤੇ ਇਹਨਾਂ ਦੇ ਇਕੱਠੇ ਹੋ ਜਾਣਾ ਜੀ। ਅਸੀਂ ਲੱਗ ਕਦੋਂ ਹੋਏ ਸੀ, ਲੱਗ ਉਹ ਹੋਏ ਨੇ। ਉਹਨਾਂ ਦਾ ਰਸਤਾ ਮੁਬਾਰਕ, ਸਾਨੂੰ ਸਾਡਾ ਰਸਤਾ ਮੁਬਾਰਕ। ਔਰ ਇਹ ਗੱਲ ਹੋਰ ਸਮਝ ਲੈਣਾ, ਸਾਥ ਉਹਨਾਂ ਨੇ ਛੱਡਿਆ। ਔਰ ਕਦੋਂ ਛੱਡਿਆ? ਜਦੋਂ ਸਾਨੂੰ ਉਹਨਾਂ ਦੀ ਜ਼ਰੂਰਤ ਸੀ। ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਨੀਤਿਕ ਗਠਬੰਧਨ ਨਹੀਂ ਕੀਤਾ। ਉਹ ਗਠਬੰਧਨ ਉਸ ਵੇਲੇ ਮੇਰੇ ਪੰਜਾਬ ਦੀ ਜ਼ਰੂਰਤ ਸੀ। ਪੰਜਾਬ ਦੇ ਅੰਦਰ ਆਤੰਕ ਦਾ ਵਾਤਾਵਰਣ ਸੀ। ਪੰਜਾਬ ਗੋਲੀਆਂ ਦੀ ਜੰਦਰ ਜੰਦਰ ਇਸ ਵੇਲੇ ਅਨਿਲ ਸਰੀਨ ਸਾਹਿਬ ਇਸ ਵੇਲੇ ਬੀਜੇਪੀ ਆਗੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰੀਨ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਪਾਰਟੀ ਦੇ ਸੂਬਾ ਪ੍ਰਧਾਨ ਦਾ ਜਿਸ ਤਰੀਕੇ ਬਿਆਨ ਆਇਆ, ਅਕਾਲੀ ਦਲ ਦੇ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ, ਗੱਠਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੂੰ ਅਸੀਂ ਬੀਜੇਪੀ ਦਾ ਓਵਰਆਲ ਫੈਸਲਾ ਸਮਝੀਏ, ਸਟੇਟ ਲੀਡਰਸ਼ਿਪ ਦਾ ਬਿਆਨ ਸਮਝੀਏ, ਜਾਂ ਇਹ ਕਿਹਾ ਜਾਵੇ ਕਿ ਸੈਂਟਰ ਵੱਲੋਂ ਵੀ, ਕੇਂਦਰੀ ਹਾਈ ਕਮਾਂਡ ਦੇ ਵੱਲੋਂ ਵੀ, ਬੀਜੇਪੀ ਹਾਈ ਕਮਾਂਡ ਦੇ ਵੱਲੋਂ ਵੀ ਇਸ ਦੇ ਲਈ ਕਲੀਅਰ ਕੱਟ ਸਿਗਨਲ ਹੈਗਾ? ਦੇਖੋ, ਤੁਹਾਨੂੰ ਬੜੇ ਸੀ ਲੰਬੇ ਸਮੇਂ ਤੋਂ ਹੁਣ ਕਹਿੰਦੇ ਆ ਰਹੇ ਆ ਕਿ ਸਾਡਾ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਤਰ ਦੇ ਉੱਤੇ ਕੋਈ ਗੱਠਜੋੜ ਨਹੀਂ ਹੋਏਗਾ। ਜਿੰਨਾ ਨਾਤੇ ਉਹਨਾਂ ਪੁੱਲ। ਸੋ ਇਸ ਕਰਕੇ ਹੁਣ ਅਸੀਂ ਆਪਣੇ ਬੁੱਤੇ ਦੇ ਉੱਤੇ 117 ਸੀਟਾਂ ਲੜਾਂਗੇ। ਅਸੀਂ ਨਾ ਤੇ ਬੀਜੇਪੀ 23 ਸੀਟਾਂ ਵਾਲੀ ਪਾਰਟੀ ਹੈ, ਨਾ ਹੀ ਕਿਸੇ ਦੀ ਚੌਧਰ ਵਾਲੀ ਪਾਰਟੀ ਹੈ।
ਬੀਜੇਪੀ ਹੁਣ ਆਪਣੇ ਬੂਤੇ ਦੇ ਉੱਤੇ 117 ਸੀਟਾਂ ਲੜੇਗੀ। ਕਿਸੇ ਵੀ ਕੀਮਤ ਤੇ, ਕਿਸੇ ਵੀ ਥਾਂ ਤੇ, ਕਿਸੇ ਵੀ ਸਤਰ ਦਾ ਅਕਾਲੀ ਦਲ ਦਾ ਕੋਈ ਗੱਠਜੋੜ ਨਹੀਂ ਹੋਏਗਾ। ਸਰੀਨ ਇਹ ਸਾਡਾ ਸਾਹਿਬ, ਸਾਰਿਆਂ ਦਾ ਫੈਸਲਾ ਹੈ। ਬਿਲਕੁਲ ਸਰੀਨ ਸਾਹਿਬ, ਇਹ ਜਿਹੜੀਆਂ ਚੋਣਾਂ ਹਾਲ ਫਿਲਹਾਲ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ, ਉਸ ਦੇ ਵਿੱਚ ਵੀ ਸਾਰੀਆਂ ਸੀਟਾਂ ਤੇ ਤਕਰੀਬਨ ਬੀਜੇਪੀ ਨੇ ਚੋਣ ਲੜੀ ਔਰ ਜਿਸ ਤਰੀਕੇ ਦੀ ਮਸ਼ੱਕਤ ਕੀਤੀ, ਜਿਸ ਤਰੀਕੇ ਦਾ ਜ਼ੋਰ ਅਜਮਾਇਸ਼ ਸੀਗੀ, ਨਤੀਜਾ ਤਾਂ ਉਸ ਦੇ ਮੁਤਾਬਿਕ ਨਹੀਂ ਨਿਕਲਿਆ ਜਿਹੜੀ ਉਮੀਦ ਕੀਤੀ ਜਾ ਰਹੀ ਸੀ ਬੀਜੇਪੀ ਦੇ ਵੱਲੋਂ। ਦੇਖੋ, ਜਿਹੜੇ ਇਹ ਵਿਧਾਨ ਸਭਾ ਚੁਣਾਵ ਹੋਏ ਸਨ, ਉਹਦੇ ਸਾਨੂੰ ਸਿਰਫ 1.5 ਮਹੀਨਾ ਤਿਆਰੀ ਵਾਸਤੇ ਮਿਲਿਆ ਸੀਗਾ ਜੀ। ਉਸ ਤੋਂ ਪਹਿਲਾਂ ਕਿਸਾਨ ਐਜੀਟੇਸ਼ਨ ਚੱਲ ਰਹੀ ਸੀ, ਫਿਰ ਸਾਰਾ ਇਸ਼ੂ ਸੀਗਾ। ਲੇਕਿਨ ਅਸੀਂ 2024 ਦੇ ਲੋਕ ਸਭਾ ਚੁਣਾਵ ਵੀ ਬੜੇ ਅੱਛੇ ਤਰੀਕੇ ਨਾਲ ਲੜਾਂਗੇ ਔਰ ਜਿੱਤਾਂਗੇ। ਔਰ ਉਹਦੇ ਬਾਅਦ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਵਾਸਤੇ ਅਸੀਂ ਕੰਮ ਕਰ ਰਹੇ ਹਾਂ। ਸਾਡਾ ਬੜੀ ਤੇਜ਼ੀ ਦੇ ਨਾਲ ਵਿਸਤਾਰ ਹੋ ਰਿਹਾ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਔਰ ਉਹਨੂੰ ਫੋਲੋ ਕਰਨ ਵਾਸਤੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ। ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 1 ਨੰਬਰ ਦੀ ਪਾਰਟੀ ਬਣਨ ਜਾ ਰਹੀ ਹੈ ਔਰ ਅਗਲੇ ਚੁਣਾਵ ਦੇ ਵਿੱਚ ਆਪ ਨੂੰ ਇਹ ਜਿਹੜਾ ਹੈ ਪਛਾੜ ਕੇ ਅਸੀਂ ਆਪਣੀ ਸਰਕਾਰ ਬਣਾਵਾਂਗੇ। ਸਰੀਨ ਸਾਹਿਬ, ਕੀ ਇਸ ਦੇ ਪਿੱਛੇ ਇੱਕ ਵਜ੍ਹਾ ਇਹ ਵੀ ਹੈ ਕਿ ਬਹੁਤ ਸਾਰੇ ਸਿਰਕਟ ਆਗੂ ਜਿਹੜੇ ਕਾਂਗਰਸ ਤੋਂ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਔਰ ਜਿਹੜੇ ਚਿਹਰਿਆਂ ਦੀ ਅਕਸਰ ਇਹ ਕਿਹਾ ਜਾਂਦਾ ਸੀਗਾ, ਸਿਆਸੀ ਮਾਹਿਰ ਕਹਿੰਦੇ ਸੀ ਕਿ ਬੀਜੇਪੀ ਨੂੰ ਚਿਹਰਿਆਂ ਦੀ ਲੋੜ ਇਸ ਵੇਲੇ ਹੈਗੀ ਹੈ ਪੰਜਾਬ ਦੇ ਵਿੱਚ, ਜੇਕਰ ਆਪਣੇ ਦਮ ਤੇ ਆਣਾ ਹੈ ਤਾਂ ਚਿਹਰੇ ਜਿਹੜੇ ਹੈਗੇ ਬੀਜੇਪੀ ਕੋਲ ਆ ਗਏ ਨੇ। ਕਿ ਇੱਕ ਵਜ੍ਹਾ ਇਹ ਵੀ ਹੈਗੀ ਹੈ ਇਸ ਗੱਠਜੋੜ ਦੇ ਇਨਕਾਰ ਦੇ ਲਈ? ਨਹੀਂ, ਦੇਖੋ, ਅਸੀਂ ਪਹਿਲੇ ਦਿਨ ਹੀ ਪਹਿਲਾਂ ਤਾਂ ਇਹ ਗੱਲ ਇਹ ਹੈ ਕਿ ਅਕਾਲੀ ਦਲ ਗੱਠਜੋੜ ਛੱਡ ਕੇ ਗਿਆ ਸੀਗਾ। ਠੀਕ ਹੈ ਨਾ, ਅਸੀਂ ਤਾਂ ਉਹਨਾਂ ਨੂੰ ਨਹੀਂ ਸੀ ਕੱਢਿਆ ਕਿਉਂਕਿ ਅਸੀਂ ਹਮੇਸ਼ਾ ਜਿਹੜਾ ਹੈਗਾ ਆਪਣੇ ਅਲਾਈਜ਼ ਦੀ ਕਦਰ ਕਰਦੇ ਹਾਂ ਔਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਪੰਜਾਬ ਦੇ ਵਿੱਚ ਅਸੀਂ ਘਾਟੇ ਦੇ ਸੌਦੇ ਵਿੱਚ ਬੈਠੇ ਸੀਗੇ, ਸਿਰਫ 23 ਸੀਟਾਂ ਲੜਦੇ ਸੀ ਐਡੀ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ, ਲੇਕਿਨ ਆਪਣੇ ਗਠਬੰਧਨ ਧਰਮ ਨੂੰ ਨਿਭਾ ਰਹੇ ਸੀਗੇ। ਸੋ ਹੁਣ ਜਿਹੜਾ ਹੈਗਾ ਵਾ ਪਾਰਟੀ ਦਾ ਨਿਰਣਾ ਹੈਗਾ, ਚਾਹੇ ਉਹ ਕੇਂਦਰੀ ਨੇਤਰਤਵ ਹੋਵੇ, ਚਾਹੇ ਪੰਜਾਬ ਦਾ ਨੇਤਰਤਵ ਹੋਵੇ ਔਰ ਚਾਹੇ ਸਾਡੇ ਵਰਕਰਾਂ ਦੀ ਦਿਲ ਦੀ ਇੱਛਾ ਹੋਵੇ। ਭਾਰਤੀ ਜਨਤਾ ਪਾਰਟੀ ਪੂਰੀ ਦੀ ਪੂਰੀ 117 ਸੀਟਾਂ ਤੇ ਚੁਣਾਵ ਲੜਨ ਦੀ ਤਿਆਰੀ ਕਰ ਰਹੀ ਹੈ। 13 ਦੀ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰ ਰਹੀ ਹੈ ਔਰ ਸਾਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ। ਔਰ ਜਿੱਥੇ ਵੀ ਜਾਂਦੇ ਆ ਤੁਸੀਂ ਦੇਖਿਆ ਹੋਣਾ, ਰੋਜ਼ਾਨਾ ਲੰਬੀ ਕਤਾਰ ਲੱਗੀ ਹੋਈ ਹੈ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਔਰ ਉਹਨਾਂ ਤੋਂ ਨੀਤੀਆਂ ਨੂੰ ਫੋਲੋ ਕਰਨ ਦੇ ਹੋਏ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਪਾਰਟੀ ਨੂੰ ਅੱਗੇ ਵਧਾਉਣ ਦਾ ਕੰਮ ਕਰਨ ਵਾਸਤੇ ਬਹੁਤ ਲੰਬੀ ਕਤਾਰ ਹੈ। ਜਿਹੜੇ ਲੋਕ ਚਾਹੇ ਉਹ ਅਕਾਲੀ ਦਲ ਦੇ ਹੋਣ, ਚਾਹੇ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਹੋਣ, ਬਹੁਤ ਲੰਬੀ ਕਤਾਰ ਹੈ ਜਿਹੜੇ ਆਉਣ ਵਾਲੇ ਦਿਨਾਂ 'ਚ ਬੀਜੇਪੀ ਨੂੰ ਜੁਆਇਨ ਕਰਨ ਵਾਲੇ ਨੇ। ਨਹੀਂ ਸਰੀਨ ਸਾਹਿਬ, ਉਹ ਤਾਂ ਠੀਕ ਹੈ ਗੱਲ, ਲੰਬੀ ਕਤਾਰ ਹੈਗੀ ਹੈ, ਪਰ ਮੇਰਾ ਸਵਾਲ ਇਹ ਸੀ ਕਿ ਜਿਹੜੇ ਚਿਹਰਿਆਂ ਦੀ ਭਾਲ ਹੁੰਦੀ ਸੀ, ਜਿਹੜਾ ਅਕਸਰ ਇਹ ਕਿਹਾ ਜਾਂਦਾ ਸੀ ਕਿ ਬੀਜੇਪੀ ਨੂੰ ਚਿਹਰਿਆਂ ਦੀ ਲੋੜ ਹੈਗੀ ਹੈ, ਉਹ ਚਿਹਰੇ ਵੀ ਮਿਲ ਗਏ ਨੇ ਕਿਤੇ ਨਾ ਕਿਤੇ। ਇਹ ਵਜ੍ਹਾ ਵੀ ਹੈਗੀ ਹੈ ਕਿ ਅਕਾਲੀ ਦਲ ਦੇ ਨਾਲ ਹੋਣ ਦੇ ਨਾਲ ਜਿਹੜੀ ਚਿਹਰਿਆਂ ਦੀ ਘਾਟ ਸੀਗੀ ਉਹ ਪੂਰੀ ਹੁੰਦੀ ਸੀ ਔਰ ਹੁਣ ਉਸ ਘਾਟ ਨੂੰ ਜਿਹੜਾ ਹੈਗਾ ਕਾਂਗਰਸ ਦੇ ਕੁਝ ਲੀਡਰਸ ਨੇ ਆ ਕੇ ਪੂਰਾ ਕੀਤਾ। ਨਹੀਂ, ਦੇਖੋ, ਸੁਭਾਵਿਕ ਰੂਪ ਦੇ ਵਿੱਚ ਜਦੋਂ ਅਸੀਂ ਸੀਟਾਂ ਹੀ 23 ਲੜਦੇ ਸੀਗੇ, ਸਾਡੇ ਫਿਰ ਤੇ 19 ਜੋਗੇ ਰਹਿ ਗਏ ਸੀ ਨਾ ਅਸੀਂ ਜੀ। ਹੁਣ ਜਦੋਂ 117 ਸੀਟਾਂ ਲੜਨੀਆਂ ਨੇ, ਸਾਡੀ ਆਪਣੀ ਲੀਡਰਸ਼ਿਪ ਵੀ ਡਿਵੈਲਪ ਹੋ ਰਹੀ ਹੈ, ਹੋਰ ਪਾਰਟੀਆਂ ਦੇ ਲੋਕ ਵੀ ਅੱਛੇ ਲੋਕ ਜਿਹੜੇ ਹੈਗੇ ਨੇ ਪਾਰਟੀਆਂ ਦੀ ਨੀਤੀਆਂ ਜਿਹੜਾ ਫੋਲੋ ਕਰਨਾ ਹੈਗਾ ਔਰ ਪਾਰਟੀ ਨੀਤੀ ਤੋਂ ਪ੍ਰਭਾਵਿਤ ਨੇ, ਉਹ ਲੋਕ ਜੁਆਇਨ ਕਰ ਰਹੇ ਨੇ। ਸੁਭਾਵਿਕ ਹੈ ਕਿ ਸਭ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ। ਤੇ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੋਏਗਾ। ਵਿਰਸਾ ਸਿੰਘ ਵਲਟੋਹਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਵਲਟੋਹਾ ਸਾਹਿਬ, ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਾਫ਼ ਕਹਿੰਦੇ ਨਜ਼ਰ ਆਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁਣ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਮੇਰੀ ਸਿੱਧਾ ਜਿਹਾ ਸਵਾਲ ਹੈ ਜੀ ਕਿ ਅਸ਼ਵਨੀ ਸ਼ਰਮਾ ਜੀ ਨੂੰ ਕਿਹਨੇ ਚਿੱਠੀ ਪਾਈ ਹੈ ਜਾਂ ਅਸ਼ਵਨੀ ਸ਼ਰਮਾ ਜੀ ਨੂੰ ਕਿਹਨੇ ਐਪਲੀਕੇਸ਼ਨ ਦਿੱਤੀ ਹੈ? ਕੋਈ ਹੋਈ ਗੱਲ? ਇਹ ਮੈਂ ਦੂਜੇ ਦਿਨ ਕੋਈ ਇੱਧਰੋਂ ਬੋਲ ਪੈਂਦਾ ਅਸੀਂ ਗੱਠਜੋੜ ਨਹੀਂ ਕਰਾਂਗੇ, ਨਹੀਂ ਕਰਨਾ ਨਾ ਕਰੋ। ਤੁਹਾਨੂੰ ਸੱਦਾ ਕਿਹਨੇ ਦਿੱਤਾ ਹੈ? ਹਾਂਜੀ, ਤੁਹਾਨੂੰ ਛੱਡ ਕੇ ਆਏ ਆ, ਤੁਸੀਂ ਨਹੀਂ ਸੀ ਸਾਡੇ ਨਾਲ ਗੱਠਜੋੜ ਤੋੜਿਆ, ਅਸੀਂ ਤੋੜਿਆ ਆ ਔਰ ਤੁਹਾਡੀਆਂ ਕਰਤੂਤਾਂ ਕਰਕੇ ਤੋੜਿਆ ਆ। ਜਦੋਂ ਤੁਹਾਡੀ ਧੌਣ 'ਚ ਕਿੱਲਾ ਫਸਿਆ ਸੀਗਾ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਆਈ ਸੀਗੀ ਔਰ ਸ਼੍ਰੋਮਣੀ ਅਕਾਲੀ ਦਲ ਫਿਰ ਪੰਜਾਬ ਨਾਲ ਖੜੋਤਾ ਸੀਗਾ। ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਹੈ, ਜਿੱਥੇ ਕ ਹੈਗੇ ਜੇ ਉੱਥੇ ਕਰੋ ਔਰ ਜਿਹੋ ਜਿਹੀਆਂ ਖੇਡਾਂ ਖੇਡਦੇ ਜੇ ਪੂਰੇ ਹਿੰਦੁਸਤਾਨ 'ਚ ਕਿਸੇ ਨੂੰ ਓਹਲਾ ਨਹੀਂ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ, ਸਾਡੀ ਇਸ ਵੇਲੇ ਜਿਹੜਾ ਸਾਡਾ ਸਭ ਤੋਂ ਮਸਲਾ ਵੱਡਾ ਹੈ ਸਿੱਖਾਂ ਦਾ, ਉਹ ਹੈਗਾ ਬੰਦੀ ਸਿੰਘਾਂ ਦਾ। ਔਰ ਬੰਦੀ ਸਿੰਘਾਂ ਦੇ ਮਸਲੇ ਤੇ ਇਹਨਾਂ ਨੇ ਜਿਹੜਾ ਬਟਰੇ ਕੀਤਾ ਹੈ ਸਿੱਖ ਕੌਮ ਦੇ ਨਾਲ, ਸਿੱਖ ਕਮਿਊਨਿਟੀ ਦੇ ਨਾਲ। ਹਾਂਜੀ, ਔਰ ਨੋਟੀਫਿਕੇਸ਼ਨ ਜਾਰੀ ਕਰਕੇ ਉਹ ਵੀ 550 ਸਾਲਾ ਗੁਰਪੁਰਬ ਦੇ ਮੌਕੇ ਦੇ ਉੱਤੇ ਉਹਦੇ ਤੋਂ ਮੁੱਕੇ। ਹਾਂਜੀ, ਔਰ ਇੰਦਰਾ ਗਾਂਧੀ ਦੇ ਕਾਤਲ ਛੱਡਦੇ,
ਬਿਲਕੁਲ ਸਬਾਨੋ ਦੇ ਕਾਤਲ ਛੱਡਦੇ ਹੈ, ਤੇ ਅਸੀਂ ਇਹਨਾਂ ਨਾਲ ਗੱਠਜੋੜ ਕਿਉਂ ਕਰਾਂਗੇ ਜੀ? ਜਿਹੜੇ ਸਿੱਖ ਵਿਰੋਧੀ ਸੋਚ ਲੈ ਕੇ ਚੱਲਦੇ ਆ, ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਆ, ਬਲਕੀਤ ਬਾਨੋ ਦੇ ਕਾਤਲ ਪਰਿਵਾਰ ਦੇ ਕਾਤਲ ਛੱਡੇ ਜਾ ਸਕਦੇ ਆ, ਬਲਾਤਕਾਰੀ ਛੱਡੇ ਜਾ ਸਕਦੇ, ਇਸ ਕਰਕੇ ਕਿ ਬ੍ਰਾਹਮਣ ਨੇ, ਸੰਸਕਾਰੀ ਨੇ, ਹਾਂਜੀ, ਤੇ ਸਿੱਖ ਬੰਦੀਆਂ ਦੇ ਨਾਲ ਇਹ ਜਿਸ ਤਰ੍ਹਾਂ ਦੀ ਸਿੱਖਾਂ ਪ੍ਰਤੀ ਸੋਚ ਰੱਖਦੇ, ਠੀਕ ਹੈ ਕਿ ਇਹ ਵਿਖਾਵੇ ਬੜੇ ਕਰਦੇ ਆ ਪਰ ਅੰਦਰੋਂ ਜ਼ਹਿਰੀਲੇ ਆ। ਸਾਨੂੰ ਕੋਈ ਲੋੜ ਨਹੀਂ ਇਹਨਾਂ ਨਾਲ, ਨਾ ਅਸੀਂ ਇਹਨਾਂ ਨੂੰ ਸੱਦਾ ਘੱਲਿਆ ਆ ਰੋਜ਼ ਦੀ ਘੈਂਸ ਬੰਦ ਕਰਨਾ ਆਪਦੀ। ਅਸ਼ਵਨੀ ਸ਼ਰਮਾ ਇਹ ਕਹਿ ਸੀ ਛੁਰਲੀਆਂ ਛੱਡੀਆਂ ਜਾਂਦੀਆਂ ਨੇ ਗੱਠਜੋੜ ਦੇ ਬਾਰੇ, ਛੁਰਲੀਆਂ ਕੌਣ ਛੱਡਦਾ ਹੈ? ਇਹ ਮੈਨੂੰ ਪੁੱਛ ਰਹੇ ਨੇ ਜੀ ਵਲਟੋਆ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਲੀਡਰ ਹੈਗੇ ਜਿਹੜੇ ਅਜਿਹੀਆਂ ਗੱਲਾਂ ਕਰਦੇ ਨੇ ਕਿ ਗੱਠਜੋੜ ਕਰ ਲਾਂਗੇ? ਕਿਸੇ ਨੇ ਨਹੀਂ ਗੱਲ ਕੀਤੀ, ਕੋਈ ਸਰੀਨ ਸਾਹਿਬ ਕੋਈ ਗੱਲ ਨਹੀਂ ਹੋਈ। ਸਰੀਨ ਸਾਹਿਬ ਦੀ ਗੱਲ ਨੂੰ ਤੋੜ ਮਰੋੜ ਕੇ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਵੇਂ ਮਲੂਕਾ ਸਾਹਿਬ ਕਹਿ ਰਹੇ ਕਿ ਅਸੀਂ ਬੜੇ ਕਾਲੇ ਹੁੰਨੇ ਆ। ਉਹਨਾਂ ਨੇ ਉਹਦਾ ਸਪਸ਼ਟ ਕੀਤਾ, ਠੋਕ ਕੇ ਸਪਸ਼ਟ ਕੀਤਾ। ਅਸੀਂ ਇਹਨਾਂ ਨੂੰ ਕਹਿੰਦੇ ਆ ਧਰਤੀ ਤੇ ਰਹੋ, ਤੁਸੀਂ ਉਹੀ ਲੋਕ ਜੇ 20-25 ਸਾਲ ਪੁਰਾਣਾ ਆਪਦਾ ਸਾਰਾ ਹਿਸਾਬ ਕਿਤਾਬ ਦੇਖ ਲਓ, ਇਹ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਔਰ ਸਭ ਤੋਂ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਖੜੋਤਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ, ਪਰ ਤੁਸੀਂ ਕਿਸੇ ਨੂੰ ਨਹੀਂ ਬਖਸ਼ਿਆ, ਤੁਸੀਂ ਸਾਰੇ ਰਗੜਤੇ। ਹਾਂਜੀ, ਤੁਸੀਂ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਆਉਂਦੇ ਜੇ, ਇਹ ਕੋਈ ਰਾਜਨੀਤਿਕ ਧਰਮ ਨਿਭਾਉਂਦੇ ਜੇ। ਚਲੋ ਸਰੀਨ ਸਾਹਿਬ ਨੂੰ ਪੁੱਛ ਲੈਣੇ ਆ। ਅਨਿਲ ਸਰੀਨ ਸਾਹਿਬ ਸਾਡੇ ਨਾਲ ਮੌਜੂਦ ਨੇ। ਵਲਟੋਆ ਸਾਹਿਬ, ਸਰੀਨ ਸਾਹਿਬ ਇਹ ਛੁਰਲੀਆਂ ਕੌਣ ਛੱਡ ਰਿਹਾ ਹੈ ਜਿਸ ਦਾ ਜ਼ਿਕਰ ਸ਼ਰਮਾ ਜੀ ਕਰ ਰਹੇ ਸੀ? ਦੇਖੋ ਗੱਲ ਇਹ ਹੈ ਕਿ ਵਲਟੋਆ ਸਾਹਿਬ ਬੜੇ ਸੀਨੀਅਰ ਸਾਥੀ ਨੇ, ਮੈਂ ਬੜਾ ਸਤਿਕਾਰ ਕਰਦਾ ਇਹਨਾਂ ਦਾ, ਲੇਕਿਨ ਇਹਨਾਂ ਨੂੰ ਭਾਸ਼ਾ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਜੇ ਇਕੱਠੇ ਰਹੇ ਆ ਤੇ ਇਕੱਠੇ ਰਹੇ ਆ, ਜਦ ਤੱਕ ਰਹੇ ਆ, ਚੰਗੇ ਰਹੇ ਆ, ਮਾੜੇ ਰਹੇ, ਇਕੱਠੇ ਰਹੇ ਆ। ਔਰ ਆਪਣੀ ਭਾਸ਼ਾ ਦਾ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਜੇ ਏਦਾਂ ਕਰਾਂਗੇ ਤਾਂ ਬਹੁਤ ਕੁਝ ਨਿਕਲੂਗਾ ਵਿੱਚੋਂ। ਲੇਕਿਨ ਜਿੱਥੇ ਗਏ ਕਹਿੰਦੇ ਨੇ ਕਿ ਕੌਣ ਸੱਦਣ ਗਿਆ, ਮਲੂਕਾ ਸਾਹਿਬ ਦਾ ਚੌਥੇ ਦਿਨ ਬਿਆਨ ਕਿਸ ਗੱਲ ਦੇ ਲਿਆਂਦੇ ਕਿ ਅਕਾਲੀ ਬੀਜੇਪੀ ਨਾਲ ਗੱਠਜੋੜ ਹੋਏਗਾ? ਅੱਜ ਤੱਕ ਕਦੀ ਨਹੀਂ ਕਿਹਾ, ਸਾਡੇ ਕਿਸੇ ਨੇ ਬੰਦੇ ਨੇ ਕਿਹਾ ਕਿ ਅਸੀਂ ਅਕਾਲੀ ਦਲ ਨਾਲ ਗੱਠਜੋੜ ਕਰਨਾ ਹੈ। ਤੁਹਾਡੇ ਅਕਾਲੀ ਦਲ ਦੇ ਹੀ ਨੇਤਾ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਗੱਠਜੋੜ ਕਰਨਾ ਹੈ ਜੀ, ਸਾਡਾ ਆਉਣ ਵਾਲੇ ਸਮੇਂ 'ਚ ਗੱਠਜੋੜ ਹੋ ਸਕਦਾ ਹੈ। ਅਸੀਂ ਤਾਂ ਕਦੀ ਨਹੀਂ ਕਿਹਾ ਜਦੋਂ ਛੱਡ ਕੇ ਗਏ ਹੋ। ਔਰ ਰਹੀ ਗੱਲ, ਤੁਸੀਂ ਆਪਣੇ ਆਪ ਨੂੰ ਸਿੱਖਾਂ ਦੇ ਠੇਕੇਦਾਰ ਸਮਝਦੇ ਹੋ, ਕਿੱਥੇ ਦੇ ਠੇਕੇਦਾਰ ਤੁਸੀਂ ਬਣ ਗਏ ਸਿੱਖਾਂ ਦੇ? ਜਿੰਨੇ ਸਿੱਖਾਂ ਨਾਲ ਗੱਦਾਰੀ ਤੁਸੀਂ ਕੀਤੀ ਹੈ, ਕਿਸੇ ਹੋਰ ਨੇ ਕੀਤੀ ਨਹੀਂ। ਤੁਸੀਂ ਅੱਜ ਸਾਨੂੰ ਕਹਿੰਦੇ ਹੋ ਕਿ ਅਸੀਂ ਸਿੱਖਾਂ ਦੇ ਮਤੈਸ਼ੀ ਨਹੀਂ ਗਏ, ਕਾਲੀ ਸੂਚੀ। ਅਨਿਲ ਸਰੀਨ ਸਾਹਿਬ ਦੇ ਨਾਲ ਸਾਡਾ ਕੰਟੈਕਟ ਜਿਹੜਾ ਹੈਗਾ ਸ਼ਾਇਦ ਟੁੱਟਿਆ ਵਿੱਚ। ਵਲਟੋਆ ਸਾਹਿਬ, ਇਲਜ਼ਾਮ ਜਿਹੜੇ ਹੈਗੇ ਜਾਂਦੇ ਲਾ ਰਹੇ ਸੀਗੇ ਅਨਿਲ ਸਰੀਨ ਸਾਹਿਬ, ਕਾਫੀ ਸੰਗੀਨ ਇਲਜ਼ਾਮ ਲਾਏ ਨੇ ਉਹਨਾਂ ਨੇ। ਦੇਖੋ ਮੈਂ ਬੇਨਤੀ ਕਰਾਂ ਜੀ, ਹਾਂ ਤੁਸੀਂ ਇਹਨਾਂ ਕੋਲੋਂ ਸਰਟੀਫਿਕੇਟ ਲੈਣਾ ਹੈ। ਇਹ ਆਪਦੀ ਸਿਆਸਤ ਕਰਨ, ਜਿਸ ਤਰ੍ਹਾਂ ਦੀ ਸਿਆਸਤ ਕਰ ਰਿਹਾ ਬਹੁਤ ਵਧੀਆ ਕਰ ਰਿਹਾ, ਕੇਵਲ ਤੇ ਕੇਵਲ ਰਾਜ ਸੱਤਾ ਦੀ ਖਾਤਰ। ਹਾਂਜੀ, ਇਹ ਕਿਸੇ ਵੀ ਜਿਹੜੇ ਸਾਥੀ ਹੁੰਦੇ ਆ ਉਹਨਾਂ ਨੂੰ ਦਗਾ ਦੇ ਸਕਦੇ ਆ। ਗੱਠਜੋੜ ਦੇ ਸਾਥੀਆਂ ਦੇ ਨਾਲ ਜੋ ਕੁਛ ਸ਼ਿਵ ਸੈਨਾ ਆ, ਚਾਹੇ ਹੋਰ ਜਿਹੜੇ ਗੱਠਜੋੜ ਦਾ ਹਿੱਸਾ ਸੀਗੇ, ਔਰ ਸਭ ਤੋਂ ਪੁਰਾਣਾ ਗੱਠਜੋੜ ਦਾ ਸਾਥੀ ਜਦੋਂ ਇਹਨਾਂ ਦੇ ਨਾਲ ਨੇੜੇ ਨਹੀਂ ਸੀ ਕੋਈ ਲੱਗਦਾ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ, ਜੋ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੇ ਹਾਲ ਕਰ ਛੱਡਿਆ। ਹਾਂਜੀ, ਜਿਸ ਤਰ੍ਹਾਂ ਦਾ ਗੱਠਜੋੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਿਸ ਤਰ੍ਹਾਂ ਦੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇਗਨੋਰ ਕਰਦੇ ਸੀਗੇ, ਜਲੀਲ ਕਰਦੇ ਸੀਗੇ, ਚਲੋ ਅਸੀਂ ਉਸ ਪਾਸੇ ਜਾਣਾ। ਜਦੋਂ ਖਹਿੜਾ ਹੀ ਛੱਡਤਾ, ਜਦੋਂ ਸਾਡਾ ਕੋਈ ਰਸਤਾ ਹੀ ਕੋਈ ਨਹੀਂ ਗਾ। ਮੈਂ ਪਹਿਲੀ ਗੱਲ ਕੀਤੀ ਹੈ ਕਿ ਇਹ ਗੱਲ ਕਰਦੇ ਮਲੂਕਾ ਸਾਹਿਬ ਦੀ। ਮਲੂਕਾ ਸਾਹਿਬ ਨੇ ਗੱਲ ਕੀਤੀ ਜਿਸ ਰੂਪ 'ਚ ਕੀਤੀ, ਔਰ ਉਹਦੇ ਤੇ ਇਵੇਂ ਹੋਰ ਦਾ ਹੋਰ ਬਣਾ ਕੇ ਪੇਸ਼ ਕੀਤਾ ਗਿਆ। ਹਾਂਜੀ, ਸਾਰੀ ਗੱਲ ਜਿਹੜੀ ਹੈ ਪੇਸ਼ ਨਹੀਂ ਕੀਤੀ ਗਈ, ਉਹਦੇ ਵਿੱਚੋਂ ਕਲਿੱਪ ਕੱਟ ਕੇ ਜਿਹੜਾ ਆ ਉਹ ਕਰ ਦਿੱਤਾ ਗਿਆ। ਔਰ ਮਲੂਕਾ ਸਾਹਿਬ ਨੇ ਠੋਕ ਕੇ ਉਹਦਾ ਜਿਹੜਾ ਆ ਅਗਲੇ ਦਿਨ ਜਿਹੜਾ ਆ ਉਹ ਸਪਸ਼ਟ ਕੀਤਾ ਕਿ ਮੈਂ ਕਦਾਚਿਤ ਨਹੀਂ ਕਿਹਾ ਕਿ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਗੱਠਜੋੜ ਹੋ ਰਿਹਾ ਜਾਂ ਕੋਈ ਸੰਭਾਵਨਾ ਆ। ਉਹਨਾਂ ਨੇ ਇਹ ਵੀ ਕਹਿ ਦਿੱਤਾ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਗੱਠਜੋੜ ਛੱਡ ਕੇ ਆਏ ਹਾਂ, ਸਰੀਨ ਸਾਹਿਬ ਨੂੰ ਵੀ ਪਤਾ ਆ। ਹਾਂਜੀ, ਜਾਂ ਤੇ ਹੋਣਾ ਵੀ ਸਾਨੂੰ ਗੱਠਜੋੜ ਤੋਂ ਬਾਹਰ ਕੀਤਾ ਗਿਆ ਤੇ ਅਸੀਂ ਭੌਂਕੇ ਅਸੀਂ ਨਿਕਲਣਾ ਨਹੀਂ ਸੀ ਚਾਹੁੰਦੇ, ਤੇ ਜੇ ਸਾਨੂੰ ਕੱਢ ਦਿੱਤਾ ਗਿਆ ਤੇ ਅੱਜ ਅਸੀਂ ਕਹਿੰਦੇ ਕਿ ਹੁਣ ਸਾਨੂੰ ਲੈ ਲਓ। ਅਸੀਂ ਤੇ ਆਪ ਛੱਡ ਕੇ ਆਏ ਹਾਂ। ਤੁਸੀਂ ਆਉਣਾ ਨਹੀਂ ਆਉਣਾ, ਨਾ ਅਸੀਂ ਰਾਜ ਭਾਗ ਲਈ ਬਣੇ ਸੀ, ਤੁਸੀਂ ਤੇ ਬਣੇ ਹੀ ਰਾਜ ਭਾਗ ਲਈ ਜੇ। ਤੁਹਾਡੇ ਤੇ ਮਰਜ਼ੀ ਰਾਜ ਭਾਗ ਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲੀ ਪਾਰਟੀ ਹੈ, ਔਰ ਇਹਨੇ ਸੰਘਰਸ਼ ਕੀਤੇ ਹੈ। ਔਰ ਕਦਾਚਿਤ ਵੀ ਅਕਾਲੀ ਦਲ ਦੇ ਕਦੇ ਸੁਪਨੇ 'ਚ ਵੀ ਨਹੀਂ ਸੀ ਜਦੋਂ ਅਕਾਲੀ ਦਲ ਬਣਿਆ ਸੀਗਾ ਕਿ ਇਹਨੇ ਰਾਜ ਭਾਗ ਕਰਨਾ ਆ। ਕੇਵਲ ਪੰਥਕ ਸੋਚ ਤੇ ਪੰਜਾਬ ਦੀ ਸੋਚ ਨੂੰ ਲੈ ਕੇ ਅੱਗੇ ਵਧਿਆ ਸੀਗਾ। ਵਲਟੋਆ ਸਾਹਿਬ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇਕਰ ਅੱਜ ਅਕਾਲੀ ਦਲ ਵਜ਼ਾਰਤ ਦੇ ਵਿੱਚ ਹੁੰਦਾ ਤਾਂ ਬੀਜੇਪੀ ਇਸ ਤਰ੍ਹਾਂ ਦੀ ਸਟੇਟਮੈਂਟ ਸ਼ਾਇਦ ਨਾ ਦਿੰਦੀ? ਨਹੀਂ, ਦੇਖੋ ਇਹ ਦਿੰਦੇ ਨਾ ਦਿੰਦੇ ਇਹਨਾਂ ਦਾ
ਇਹਨਾਂ ਦੀ ਤੁਸੀਂ ਕਹਿ ਰਹੇ ਹੋ ਨਾ ਮਰਜ਼ੀ ਹੈ, ਰਾਜ ਸਾਨੂੰ ਭਾਗ ਇਹਦੇ ਲਈ ਨਾਲ ਬੀਜੇਪੀ ਬਣੀ ਹੈ, ਤਾਂ ਤੁਸੀਂ ਕਿਤੇ ਨਾ ਕਿਤੇ ਇਸ਼ਾਰਾ ਇਹ ਵੀ ਕਰ ਰਹੇ ਹੋ ਕਿ ਜੇਕਰ ਤੁਸੀਂ ਇਸ ਸਰਕਾਰ ਦੇ ਵਿੱਚ ਹੁੰਦੇ ਜਾਂ ਵਜ਼ਾਰਤ ਦੇ ਵਿੱਚ ਹੁੰਦੇ ਤਾਂ ਬੀਜੇਪੀ ਦੇ ਆਗੂ ਇਸ ਤਰੀਕੇ ਦੀ ਸਟੇਟਮੈਂਟ ਨਾ ਦਿੰਦੇ ਕਿ ਅਸੀਂ ਕਦੇ ਗੱਠਜੋੜ ਨਹੀਂ ਕਰਾਂਗੇ। ਤੇ ਕੁਦਰਤੀ ਹੈ, ਦੇਖੋ ਮੈਂ ਬੇਨਤੀ ਕਰਾਂ ਜੀ, ਇਹ ਉਹ ਲੋਕ ਨੇ ਸੱਤਾ ਵਾਸਤੇ ਕਿਸੇ ਨਾਲ ਵੀ ਸਾਂਝ ਪਾ ਸਕਦੇ ਹੈ, ਸੱਤਾ ਦੀ ਖਾਤਰ। ਹੁਣ ਦੇਖੋ ਇਹੀ ਗੱਲਾਂ ਇੰਦਰਾ ਗਾਂਧੀ ਕਰਦੀ ਹੁੰਦੀ ਸੀ ਕਿ ਜੋੜ ਤੋੜ ਦੀ ਨੀਤੀ ਦੇ ਨਾਲ ਜਾਂ ਤਾਕਤ ਦੀ ਸੱਤਾ ਦੀ ਵਰਤੋਂ ਕਰਦਿਆਂ ਹੋਇਆਂ ਸਰਕਾਰਾਂ ਤੋੜ ਦੇਣੀਆਂ। ਉਸੇ ਪਾਸੇ ਹੁਣੇ ਤੁਰ ਪਏ ਆ ਕਿੰਨੇ ਸੂਬਿਆਂ ਦੇ ਵਿੱਚ ਇਹ ਕੁਝ ਵਾਪਰ ਚੁੱਕਾ ਆ। ਔਰ ਸ਼ਿਵ ਸੈਨਾ ਜਿਹੜੀ ਬਾਲ ਠਾਕਰੇ ਜੀ ਦੇ ਸਮੇਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਰਹੀ ਹੈ, ਇਹਨਾਂ ਤੇ ਉਹ ਸ਼ਿਵ ਸੈਨਾ ਨਹੀਂ ਬਖਸ਼ੀ। ਸਰੀਨ ਸਾਹਿਬ ਜੁੜ ਗਏ ਨੇ ਸਾਡੇ ਨਾਲ ਦੁਬਾਰਾ, ਇੱਕ ਵਾਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰੀਨ ਸਾਹਿਬ, ਤੁਸੀਂ ਗੱਲ ਕਹਿ ਰਹੇ ਸੀਗੇ ਉਹ ਵਿੱਚੇ ਰਹਿ ਗਈ ਸੀ, ਕਨੈਕਸ਼ਨ ਕੱਟ ਗਿਆ। ਗੱਲ ਪੂਰੀ ਕਰ ਲਵਾਂ ਆਪਣੀ। ਬਲਟੋਆ ਸਾਹਿਬ ਜਾਂ ਅਕਾਲੀ ਦਲ ਸਿੱਖਾਂ ਦਾ ਠੇਕੇਦਾਰ ਕਿੱਥੋਂ ਹੋ ਗਿਆ? ਇਹ ਪੰਜਾਬ ਦੇ ਰਾਖੀ ਦੀ ਗੱਲ ਕਰਦੇ ਨੇ। ਕਿਹੜੇ ਪੰਜਾਬ ਦੇ ਹਿੱਤਾਂ ਲਈ ਲੜਦੇ ਸੀ ਜੋ ਸੱਤਾ 'ਚ ਸੀਗੇ 10 ਸਾਲ? ਉਦੋਂ ਬੰਦੀ ਸਿੰਘਾਂ ਦਾ ਇਸ਼ੂ ਅੱਜ ਤੱਕ ਇੱਕ ਵਾਰੀ ਉਠਾਇਆ ਇਹਨਾਂ ਨੇ ਉਸ 10 ਸਾਲ ਜੋ ਸੱਤਾ 'ਚ ਸੀਗੇ, ਮੁੱਖ ਮੰਤਰੀ ਸਨ। ਫਿਰ ਇਹ ਬੀਜੇਪੀ ਨੂੰ ਕਹਿੰਦੇ ਨੇ ਜੇ ਬੀਜੇਪੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਵਾ ਧਿਆਨ ਰੱਖਿਆ ਤੇ ਸਿੱਖ ਕੌਮ ਦਾ ਬੀਜੇਪੀ ਨੇ ਰੱਖਿਆ। ਜੇ ਕਰਤਾਰਪੁਰ ਦਾ ਕੋਰੀਡੋਰ ਅੱਜ ਤੱਕ ਹਿੰਦੁਸਤਾਨ ਦੇ ਕਿੰਨੇ ਪ੍ਰਧਾਨ ਮੰਤਰੀ ਆਏ, ਕਿੰਨੇ ਚਲੇ ਗਏ? ਜੇ ਮੋਦੀ ਸਾਹਿਬ ਨੇ ਇਹਦਾ ਧਿਆਨ ਕੀਤਾ ਤੇ ਅੱਜ ਕੋਰੀਡੋਰ ਖੁੱਲਿਆ ਹੈਗਾ। ਬੰਦੀ ਸਿੰਘਾਂ ਦੀ ਗੱਲ ਕਰਦੇ ਨੇ। ਬੰਦੀ ਸਿੰਘਾਂ ਵਾਸਤੇ ਜਿਹੜੀ ਸਟੇਟਸ ਗਵਰਨਮੈਂਟਸ ਹੈਗੀਆਂ ਨੇ, ਜਦੋਂ ਕੇਸ ਬਣਾ ਕੇ ਭੇਜਣਗੇ, ਕੇਸ ਟੂ ਕੇਸ ਡਿਸਕਸ ਕਰਕੇ ਅਸੀਂ ਕਰਾਂਗੇ। ਮੋਦੀ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਬੜਾ ਕਲੀਅਰ ਕੀਤਾ। ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਬੀਜੇਪੀ ਕਰ ਰਹੀ ਹੈ। ਗੁਰੂ ਤੇਗ ਬਹਾਦਰ ਦਾ ਜਿਹੜਾ ਸ਼ਹੀਦੀ ਦਾ ਸੀਗਾ, ਅਸੀਂ ਲਾਲ ਕਿਲੇ ਦੇ ਉਸੇ ਥਾਂ ਤੋਂ ਉੱਥੇ ਉਦੋਂ ਸਮਾਗਮ ਹੋਇਆ ਜਿਸ ਥਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਹੁਕਮ ਹੋਇਆ ਸੀਗਾ। ਇਹ ਗੱਲਾਂ ਕੀ ਕਰਦੇ ਨੇ? ਇਹ ਕਿਹੜੇ ਕਿੱਥੋਂ ਸਿੱਖਾਂ ਦੇ ਠੇਕੇਦਾਰ ਹੋ ਗਏ? ਪੰਜਾਬੀ ਸਾਰੇ ਗੁਰੂ ਸਾਰਿਆਂ ਦੇ ਨੇ। ਇਹ ਆਪਣੇ ਕਿੱਥੋਂ ਬਣ ਗਏ ਗੁਰੂਆਂ ਦੇ ਠੇਕੇਦਾਰ? ਗੁਰੂ ਸਾਹਿਬ ਸਾਰੇ ਪੰਜਾਬ ਦੇ ਨਹੀਂ, ਸਾਰੇ ਹਿੰਦੁਸਤਾਨ ਦੇ ਗੁਰੂ ਨੇ ਉਹ। ਔਰ ਸਾਰੇ ਨਾਨਕ ਨਾਲ ਲਿਓ ਸੰਗਤ ਉਹਨਾਂ ਦਾ ਆਦਰ ਕਰਦੀ ਹੈ। ਇਹ ਆਪਣੇ ਆਪ ਹੀ ਠੇਕੇਦਾਰ ਬਣ ਜਾਂਦੇ ਨੇ। ਕਿੰਨੇ ਅਧਿਕਾਰ ਦਿੱਤਾ ਇਹਨਾਂ ਨੂੰ ਠੇਕੇਦਾਰ ਬਣਨ ਦਾ? ਸੋ ਇਸ ਕਰਕੇ ਇਹੋ ਜਿਹੀ ਗੱਲਾਂ ਨਾ ਕਰਨ। ਆਪਾਂ ਜੇ ਖੁੱਲੂਗਾ ਤਾਂ ਬਹੁਤ ਕੁਝ ਖੁੱਲੂਗਾ ਬਲਟੋਆ ਸਾਹਿਬ। ਇਸ ਕਰਕੇ ਜਿੰਨਾ ਨਾਤੇ ਉਹਨਾਂ ਕੋਲ ਜਿੰਨਾ ਸਾਥ ਸੀਗਾ ਪਰ ਅੱਛਾ ਨਿਭਾਇਆ। ਧੰਨਵਾਦ ਤੁਹਾਡਾ। ਮੈਂ ਇਹ ਕਹਾਂਗਾ ਤੁਹਾਨੂੰ ਅੱਗੇ ਵਾਸਤੇ ਵੀ ਮੇਰੀ ਸ਼ੁਭ ਕਾਮਨਾਵਾਂ ਨੇ ਕਿ ਕੱਲ੍ਹ ਜਾਓ ਆਪਣਾ ਪਾਰਟੀ ਸੰਭਾਲੋ। ਅਸੀਂ ਇਹ ਮੰਨ ਲਈਏ ਕਿ ਹੁਣ 9 ਮਾਸ ਦਾ ਰਿਸ਼ਤਾ ਜਿਹੜਾ ਕਿਹਾ ਜਾਂਦਾ ਸੀ ਉਹ 9 ਮਾਸ ਨਹੀਂ ਜੁੜਨਗੇ ਹੁਣ ਕਿਸੇ ਕੀਮਤ ਦੇ ਉੱਤੇ। ਕਿਸੇ ਤਰ੍ਹਾਂ ਦਾ ਵੀ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਠੀਕ, ਬਹੁਤ ਬਹੁਤ ਸ਼ੁਕਰੀਆ ਸਰੀਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਲਟੋਆ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਵਿਰਸਾ ਸਿੰਘ ਵਲਟੋਆ ਅਕਾਲੀ ਦਲ ਦੇ ਆਗੂ ਸਾਡੇ ਨਾਲ ਜੁੜੇ ਸੀਗੇ ਔਰ ਅਨਿਲ ਸਰੀਨ ਸਾਹਿਬ ਬੀਜੇਪੀ ਵੱਲੋਂ ਸਾਡੇ ਨਾਲ ਜੁੜੇ ਸੀਗੇ। 9 ਮਾਸ ਦਾ ਰਿਸ਼ਤਾ ਜਿਸ ਨੂੰ ਕਿਹਾ ਜਾਂਦਾ ਸੀ ਉਹ 9 ਮਾਸ ਦਾ ਰਿਸ਼ਤਾ ਹੁਣ ਕਿਸੇ ਕੀਮਤ ਤੇ ਨਹੀਂ ਜੁੜੇਗਾ। ਅਨਿਲ ਸਰੀਨ ਬੁਲਾਰੇ ਨੇ, ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਚੋਂ ਇੱਕ ਨੇ, ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ, ਸਾਫ਼ ਕਰ ਦਿੱਤਾ ਹੈ। ਪਹਿਲਾਂ ਪ੍ਰਧਾਨ ਨੇ ਇਹ ਗੱਲ ਕਹੀ ਔਰ ਹੁਣ ਜਿਹੜਾ ਹੈਗਾ ਪਾਰਟੀ ਦੇ ਬੁਲਾਰੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਕਿਸੇ ਕੀਮਤ ਤੇ ਗੱਠਜੋੜ ਨਹੀਂ ਹੋਵੇਗਾ ਅਕਾਲੀ ਦਲ ਦੇ ਨਾਲ।